एक छिन दरस दिखाए जी, एक छिन दरस दिखाए जी, एक छिन दरस दिखाए जी, सकल भवन के नायका, एक छिन दरस दिखाए जी, सकल भवन के नायका, एक छिन दरस दिखाए जी, सकल भवन के नायका, एक छिन दरस दिखाए जी, एक छिन दरस दिखाए जी, एक छिन दरस दिखाए जी। वाहिगुरू। जुगो जुग अटल तख्त चवर छत्र दे मालक, बाणी गुरु शब्द गुरु धन 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 सतगुरु साहिब श्री गुरु ग्रंथ साहिब सच्चे पातशाह जी की पावन पवित्र हजूरी विच जुड़ बैठी गुरु रूप साध संगत जीओ, आओ सब तो पहला साहिब जी के पावन चरणों में शीश झुकाइए। सारियां संगतां गुरु पातशाह जी की हाजर नाजरता का एहसास अपने मनां विच बनाओ। कोई भी रसना वांझी न रहे, सारे फतेह बुलाओ जी। वाहिगुरु जी का खालसा, वाहिगुरु जी की फतेह। सतगुरु सच्चे पातशाह जी ने महान बख्शिश कृपा रहमत दया की है। आप जी समुचियां संगतां हफ्तावारी विशेष दीवाना दीयां हाजरियां भरन वास्ते साहब जी के पावन चरणों में जुड़े हो। बहुत ही महान खुशी की बात है कि गुरु प्यार वालियां संगतां जिथे सतगुरु सच्चे पातशाह जी के पुरब मनाउंदियां, शहीदी जोड़ मेले मनाउंदियां, उत्थे वो महान भगत जिन्हां दी पवित्र बाणी गुरु ग्रंथ साहिब सच्चे पातशाह जी ने अपने हिरदे विच संभाली, उन्हां भगतां नूं याद करदिआं अपनी शरधा उन्हां दे चरणां विच भेट करदिआं होइआं उन्हां दे दिहाड़े उन्हां दीआं यादां आप सारियां संगतां मनाउंदे हो। अज भगत रविदास जी दे चरणां दे विच अपनियां नमस्कारां करन वास्ते आपां जुड़े हां। आओ उन्हां दी पवित्र बाणी दे आधार दे उत्ते आपां सतगुरु सच्चे पातशाह जी के चरणों में बैठ के अपनी सुरत की यात्रा आरंभ करिए। आपां सारे यात्री बन के दुनिया ते आए हैं ते गुरमुखो शरीर करके यात्रा बहुत संगतां करदियां। गुरुद्वारा साहिब आउणा, गुरु के दर्शन करने, सेवा करनी, गुरबाणी पढ़नी, अपने इतिहासक स्थानां दे दर्शन करन वास्ते दूर दूर चल के जाना, इहदे पिछे मनोरथ की है कि साडी सुरत इस मनुखा जन्म नूं धारण करके पार ब्रह्म परमेश्वर के चरनां वल नूं एक दो कदम अगां वध सके। क्योंकि साडे सतगुरु सच्चे पातशाह जी ने
ਸਾਡੀ ਮੰਜ਼ਿਲ ਦੀ ਗੱਲ ਕਰਦੇ ਹਾਂ। ਨਿਤ ਦੀ ਬਾਣੀ ਵਿੱਚ ਸਾਨੂੰ ਸਮਝਾਇਆ, ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਨ ਕੀ, ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਰਲੋਚਨ ਜੀ, ਭਗਤ ਧੰਨਾ ਜੀ, ਭਗਤ ਸਧਨਾ ਜੀ, 15 ਭਗਤ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਹੈ, ਉਹ ਗੁਰੂ ਨੂੰ ਭਾ ਗਏ। ਉਹਨਾਂ ਦੇ ਖਿਆਲ, ਉਹਨਾਂ ਦੇ ਸਿਧਾਂਤ, ਉਹਨਾਂ ਦੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ। ਉਹਨਾਂ ਦਾ ਜੀਵਨ ਗੁਰੂ ਪਾਤਸ਼ਾਹ ਜੀ ਨੂੰ ਪਸੰਦ ਆਇਆ। ਅੱਜ ਜਿਨ੍ਹਾਂ ਪਾਵਨ ਬਚਨਾਂ ਦੇ ਨਾਲ ਆਪਾਂ ਆਪਣੀਆਂ ਸੁਰਤਾਂ ਨੂੰ ਗੁਰੂ ਚਰਨਾਂ ਦੇ ਨਾਲ ਬੰਨਣ ਦਾ ਯਤਨ ਕੀਤਾ, ਇਹ ਸ਼ਬਦ ਵਿੱਚ ਭਗਤ ਰਵਿਦਾਸ ਜੀ ਆਪਣੇ ਪਿਆਰੇ ਦੇ ਚਰਨਾਂ ਦੇ ਵਿੱਚ ਖਲੋ ਕੇ ਉਹਦੇ ਦਰਸ਼ਨਾਂ ਦਾ ਇੱਕ ਛਿਨ ਮੰਗਦੇ। ਆਪਾਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਗੁਰਮੁਖੋ, ਪਰ ਮੰਗਤੇ ਬਣ ਕੇ ਜਾਣਾ, ਜਾਤਕ ਬਣ ਕੇ ਜਾਣਾ, ਭਿਖਾਰੀ ਬਣ ਕੇ ਜਾਣਾ, ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ। ਆਪਾਂ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦੇ ਹਾਂ, ਸਿੱਖੀ ਦੀ ਦਾਤ ਮੰਗਦੇ ਹਾਂ, ਸੇਵਾ ਦੀ ਦਾਤ ਮੰਗਦੇ ਹਾਂ, ਤੇ ਜਦੋਂ ਅੰਦਰ ਕੋਈ ਆਨੰਦ ਨਹੀਂ ਬਣਦਾ, ਕੋਈ ਰਸ ਨਹੀਂ ਆਉਂਦਾ, ਤੇ ਕਈ ਵਾਰੀ ਆਪਾਂ ਅੰਦਰੋਂ ਅੰਦਰੀ ਗੁਰੂ ਨੂੰ ਉਲਾਂਭੇ ਵੀ ਦਿੰਦੇ ਹਾਂ। ਕਈ ਵਾਰੀ ਗੁਰੂ ਸਾਹਿਬ ਦੇ ਨਾਲ ਨਾਰਾਜ਼ ਵੀ ਹੁੰਨੇ ਆ, ਰੁੱਸਦੇ ਵੀ ਆ ਬੱਚਿਆਂ ਦੀ ਤਰ੍ਹਾਂ। ਸੱਚੇ ਪਾਤਸ਼ਾਹ ਉਹ ਨਾਮ ਦੇ ਅਗੰਮੀ ਮੰਡਲਾਂ ਦੀਆਂ ਬਾਤਾਂ ਜੋ ਆਪ ਜੀ ਨੇ ਬਾਣੀ ਵਿੱਚ ਕੀਤੀਆਂ, ਕਦੇ ਸਾਡੇ ਜੀਵਨ ਦੇ ਵਿੱਚ ਵੀ ਉਹ ਘੜੀ ਆਏਗੀ ਜਦੋਂ ਸਾਡੀ ਸੁਰਤ ਉਸ ਮੰਡਲ ਦਾ ਕੋਈ ਨਜ਼ਾਰਾ ਦੇਖ ਸਕੇਗੀ। ਕਦੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹ ਘਟਨਾ ਘਟੇਗੀ ਜਿੱਥੇ ਜਾ ਕੇ ਅਸੀਂ ਵੀ ਭਗਤ ਰਵਿਦਾਸ ਜੀ ਦੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਹੰਢਾ ਕੇ ਦੇਖ ਸਕਾਂਗੇ। ਤੂੰ ਹੀ ਮੋਹੀ, ਮੋਹੀ ਤੂੰ ਹੀ, ਅੰਤਰ ਕੈਸਾ। ਤੇ ਗੁਰਮੁਖੋ, ਜਦੋਂ ਆਪਾਂ ਜਿਸ ਤਰ੍ਹਾਂ ਇੱਕ ਬੱਚਾ ਮਾਂ ਦੇ ਨਾਲ ਰੁੱਸਦਾ ਕਿ ਮਾਂ ਮੈਨੂੰ ਇੰਨੀ ਵੱਡੀ ਚੀਜ਼ ਲੈ ਕੇ ਦਿਓ, ਤੇ ਮਾਤਾ ਕਹਿੰਦੀ ਹੈ ਅਜੇ ਤੂੰ ਬਹੁਤ ਛੋਟਾ ਹੈ, ਤੇਰੇ ਤੋਂ ਸੰਭਾਲੀ ਨਹੀਂ ਜਾਣੀ। ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖਲੋ ਕੇ ਨਾਮ ਦੀ ਅਮੋਲਕ ਮਹਾਨ ਦਾਤ ਸਾਹਿਬ ਜੀ ਦੇ ਚਰਨਾਂ ਵਿੱਚੋਂ ਮੰਗਦੇ ਹਾਂ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਕਦੇ ਭਿਖਾਰੀ ਦੀ ਤਰ੍ਹਾਂ, ਕਦੇ ਜਾਚਕ ਦੀ ਤਰ੍ਹਾਂ, ਕਦੇ ਮੰਗਤੇ ਦੀ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਜਿੰਨੀ ਸ਼ਿੱਦਤ ਨਾਲ ਤੂੰ ਪੈਸਾ ਮੰਗਿਆ, ਧਨ ਮੰਗਿਆ, ਪਰਿਵਾਰ ਮੰਗਿਆ, ਬੱਚੇ ਮੰਗੇ, ਕਦੇ ਉਸ ਅਵਸਥਾ ਵਿੱਚ ਜਾ ਕੇ ਉਨੀ ਸ਼ਿੱਦਤ ਨਾਲ, ਉਨੀ ਡੂੰਘਾਈ ਵਿੱਚ ਜਾ ਕੇ ਅਰਦਾਸ ਕੀਤੀ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਨਹੀਂ ਗੁਰਮੁਖ, ਹਕੀਕਤ ਵਿੱਚ ਜਿਸ ਦਿਨ ਸਾਡੀ ਸੁਰਤ ਜਾਤਕ ਬਣ ਕੇ, ਭਿਖਾਰੀ ਬਣ ਕੇ ਨਾਮ ਦੀ ਦਾਤ, ਉਹਦੇ ਦਰਸ਼ਨਾਂ ਦੀ ਖੈਰ ਮੰਗੇਗੀ, ਤੇ ਗੁਰਮੁਖੋ ਦੇਰੀ ਨਹੀਂ, ਕਿਉਂਕਿ ਉਹ ਤੇ ਹੈ ਹੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਅੱਜ ਭਗਤ ਰਵਿਦਾਸ ਜੀ ਆਪਣੇ ਪਿਆਰੇ ਦੇ ਦਰਸ਼ਨਾਂ ਦਾ ਇੱਕ ਛਿਨ ਮੰਗਦੇ ਆ। ਗੁਰਮੁਖੋ, ਉਹਨਾਂ ਦੀ ਬਾਣੀ ਦੇ ਵਿੱਚ ਜਿੱਥੇ ਵਿਛੋੜੇ ਦੀ ਗੱਲ ਆਈ, ਵਿਛੋੜੇ ਦੀ ਗੱਲ ਕਰਦੇ ਆ, ਭਗਤ ਜੀ ਕਹਿਣ ਲੱਗੇ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ।
ਜਦੋਂ ਵਿਛੋੜੇ ਦੀ ਗੱਲ ਕੀਤੀ ਤੇ ਜਨਮਾਂ ਜਨਮਾਂ ਦੀਆਂ ਦੂਰੀਆਂ ਦੱਸੀਆਂ। ਜਨਮਾਂ ਜਨਮਾਂ ਦੇ ਵਿਛੋੜੇ ਦੀ ਬਾਤ ਆਪਣੇ ਪਿਆਰੇ ਨੂੰ ਕਹਿ ਕੇ ਸੁਣਾਈ। ਤੇ ਗੁਰਮੁਖੋ, ਜਨਮਾਂ ਜਨਮਾਂ ਦੇ ਵਿਛੋੜੇ ਤੋਂ ਬਾਅਦ ਮਲਾਪ ਦੀ ਤੜਪ ਆਪਣੇ ਪਿਆਰੇ ਦੇ ਚਰਨਾਂ ਵਿੱਚ ਰੱਖੀ ਤੇ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਵਾਹਿਗੁਰੂ ਜੀ, ਜਨਮਾਂ ਜਨਮਾਂ ਦੇ ਵਿਛੜੇ ਹੋਏ ਨੂੰ ਇੱਕ ਖਿਣ ਤੇ ਦਿਸ ਪਵੋ, ਇੱਕ ਪਲਕ ਝਪਕਣ ਜਿੰਨਾ ਸਮਾਂ ਤੇ ਮੇਰੇ ਸਾਹਮਣੇ ਆ ਜਾਓ। ਕਿਸ ਅਵਸਥਾ ਦੇ ਵਿੱਚੋਂ ਇਹ ਬਚਨ ਆ ਰਹੇ ਨੇ? ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ। ਧਿਆਨ ਦੇਣਾ ਗੁਰੂ ਕੀ ਸੰਗਤ, ਆਨੰਦ ਵੈਸੇ ਤਾਂ ਬਣਦਾ ਜੇ ਸੰਗਤਾਂ ਸਾਰੀਆਂ ਨਾ ਸਮਰਪਿਤ ਹੋ ਕੇ ਟਿਕ ਕੇ ਆਰਾਮ ਨਾਲ ਬੈਠ ਜਾਣ। ਜਦੋਂ ਵਿੱਚ ਹਿਲਜੁਲ ਹੁੰਦੀ ਹੈ, ਕੋਈ ਆ ਰਿਹਾ ਕੋਈ ਜਾ ਰਿਹਾ, ਥੋੜਾ ਫਰਕ ਜ਼ਰੂਰ ਪੈਂਦਾ ਹੈ। ਆਓ ਆਪਾਂ ਸਾਹਿਬ ਜੀ ਦੇ ਚਰਨਾਂ ਵਿੱਚੋਂ ਮਨ ਦੀ ਇਕਾਗਰਤਾ ਮੰਗੀਏ। ਇੱਕ ਵਾਰੀ ਸਾਰੀਆਂ ਸੰਗਤਾਂ ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਗਲ ਭਵਨ ਕੇ ਨਾਇਕਾ। ਰੱਬ ਨੂੰ, ਪ੍ਰਮਾਤਮਾ ਨੂੰ ਕਿਹੜੀ ਅੱਖ ਨਾਲ ਭਗਤ ਰਵਿਦਾਸ ਜੀ ਨੇ ਤੱਕਿਆ ਹੈ? ਉਹੀ ਅੱਖ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੈ। ਉਹੀ ਦ੍ਰਿਸ਼ਟੀ, ਉਹੀ ਨਜ਼ਰੀਆ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਕੋਈ ਰਾਜਾ ਹੁੰਦਾ ਗੁਰਮੁਖੋ ਇੱਕ ਸਟੇਟ ਦਾ, ਇੱਕ ਇਲਾਕੇ ਦਾ। ਨਾਇਕ ਦੇ ਅਰਥ ਨੇ ਰਾਜਾ, ਸਰਦਾਰ। ਕੋਈ ਰਾਜਾ ਹੁੰਦਾ ਇੱਕ ਕੰਟਰੀ ਦਾ, ਇੱਕ ਮੁਲਕ ਦਾ। ਪਰ ਜਦੋਂ ਪਾਰ ਬ੍ਰਹਮ ਪਰਮੇਸ਼ਰ ਵੱਲ ਤੱਕਦੇ ਐ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ? ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਜ਼ਰੀਆ ਕੀ ਹੈ ਆਪਣੇ ਪਿਆਰੇ ਦੇ ਪ੍ਰਤੀ? ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਮਾਲਕ ਨੂੰ ਤੱਕਦੇ ਆ ਤੇ ਕੀ ਕਹਿੰਦੇ ਆ? ਸਾਰੀਆਂ ਸੰਗਤਾਂ ਆਪਾਂ ਪਿਆਰ ਨਾਲ ਪੜ੍ਹ ਲਈਏ ਤਾਂ ਜੋ ਸਾਡੀ ਸੁਰਤ ਕੁਝ ਸਮੇਂ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਟਿਕ ਕੇ ਸਮਰਪਿਤ ਹੋ ਕੇ ਰਸ ਨੂੰ ਪੀ ਸਕੇ। ਕੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ? ਸਾਰੇ ਜਪਿਓ, ਪਹਿਲੋਂ ਦਾਸ ਬੋਲੇਗਾ, ਫਿਰ ਸਾਰੇ ਵੀਰ। ਤੀਸਰੇ ਹਿੱਸੇ ਵਿੱਚ ਭੈਣਾਂ ਨੂੰ ਬੇਨਤੀ ਹੈ ਸਾਰੇ ਗੱਜ ਕੇ ਬੋਲੋ ਤਾਂ ਜੋ ਸਾਹਿਬ ਜੀ ਦੇ ਚਰਨਾਂ ਵਿੱਚ ਸਾਡੀਆਂ ਅੰਦਰੂਨੀ ਤੌਰ ਤੇ ਹਾਜ਼ਰੀਆਂ ਪ੍ਰਵਾਨ ਹੋ ਜਾਣ। ਸਾਰੇ ਕਿਰਪਾ ਕਰੋ ਜੀ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਬੋਲੋ ਸਾਰੇ ਬੋਲੋ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ।
राजन के राजा, तुम हो सब राजन के राजा, तुम हो सब राजन के राजा, तुम हो सब राजन के राजा। तुम हो सब राजन के राजा, आपे आप गरीब निवाजा, सगल भवन के नायका। ਆਪਣੇ ਮਾਲਕ ਨੂੰ, ਆਪਣੇ ਸਾਹਿਬ ਨੂੰ ਇਹ ਸੱਖ ਨਾਲ ਦੇਖਣਾ ਕਿ ਉਹ ਸਾਰੀ ਕਾਇਨਾਤ, ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਰਾਜਾ ਹੈ, ਸਰਦਾਰ ਹੈ। ਇੱਕ ਛਿਨ ਦਰਸ ਦਿਖਾਏ ਜੀ, ਇਹ ਮੇਰੇ ਸਾਹਿਬ ਜੀ ਇੱਕ ਛਿਨ ਵਾਸਤੇ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦਿਓ। ਇਹ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ। ਤੇ ਜਦੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਜਾਂ ਭਗਤਾਂ ਦੇ ਵਚਨਾਂ ਨੂੰ ਗੁਰੂ ਜਾਣ ਕੇ, ਆਪਣੀ ਸੁਰਤ ਨੂੰ ਸੇਵਕ ਬਣਾ ਕੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਸ ਅਵਸਥਾ ਵਿੱਚ ਬੈਠ ਕੇ ਪਾਠ ਕਰਦੇ ਆਂ, ਵਿਚਾਰ ਕਰਦੇ ਆਂ, ਤੇ ਇਸ ਪਾਵਨ ਸ਼ਬਦ ਦੇ ਵਿੱਚ ਅਸਲ ਵਿੱਚ ਭਗਤ ਜੀ ਦੀ ਆਤਮਾ, ਉਹਨਾਂ ਦਾ ਆਪਣਾ ਆਪਾ, ਉਹਨਾਂ ਦੀ ਰੂਹ ਆਪਣੇ ਪਿਆਰੇ ਦੇ ਨਾਲ ਗੱਲਾਂ ਕਰਦੀ ਹੈ। ਮੇਰੇ ਸਾਹਿਬ ਜੀ ਆਪਣੇ ਦਰਸ਼ਨਾਂ ਦੀ ਮੈਨੂੰ ਦਾਤ ਦਿਓ। ਆਪਾਂ ਸਿਧਾਂਤਕ ਪੱਖ ਨੂੰ ਲੈਣਾ ਹੈ ਕਿਉਂਕਿ ਸਮਾਂ ਬਹੁਤ ਸੀਮਤ ਹੈ। ਭਗਤ ਜੀ ਦਾ ਜੀਵਨ ਜੇ ਸੰਪੂਰਨ ਰੂਪ ਦੇ ਵਿੱਚ ਵਿਚਾਰੀਏ ਤੇ ਲੰਮੇਰੇ ਸਮੇਂ ਦੀ ਲੋੜ ਪੈ ਸਕਦੀ ਹੈ। ਆਵਾਜ਼ ਦਿੱਤੀ, ਆਪਣੀ ਮੰਗ ਆਪਣੇ ਪਿਆਰੇ ਦੇ ਚਰਨਾਂ ਵਿੱਚ ਰੱਖੀ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਈ ਜੀ। ਹੁਣ ਅਗਲੀ ਪੰਕਤੀ ਦਾ ਜਿਹੜਾ ਭਾਵ ਹੈ ਨਾ ਗੁਰੂ ਤੋਂ ਦੇਖੋ ਕਿੱਧਰ ਨੂੰ ਜਾਂਦਾ। ਕਿਸੇ ਅਗੰਮੀ ਦੇਸ਼ ਵਿੱਚੋਂ ਆਵਾਜ਼ ਆਈ, ਰਵਿਦਾਸ ਜੀ ਮੇਰੇ ਦਰਸ਼ਨ ਮੰਗਦੇ ਹੋ, ਮੈਨੂੰ ਦੇਖਣਾ ਚਾਹੁੰਦੇ ਹੋ? ਮੈਂ ਤੇ ਤੁਹਾਡੇ ਅੰਦਰ ਹੀ ਬੈਠਾ ਹਾਂ, ਤੁਹਾਡੇ ਦਿਲ ਵਿੱਚ ਬੈਠਾ ਹਾਂ, ਤੁਹਾਡੀਆਂ ਧੜਕਣਾਂ ਵਿੱਚ ਸਮਾਇਆ ਹਾਂ। ਆਪਣੇ ਅੰਦਰ ਮੈਨੂੰ ਦੇਖ ਲਵੋ, ਤੁਹਾਡੇ ਅੰਦਰ ਮੈਂ ਬਿਰਾਜਮਾਨ ਹਾਂ, ਤੇ ਫਿਰ ਮੇਰੇ ਦਰਸ਼ਨਾਂ ਦੀ ਅਰਦਾਸ ਕਰਨ ਦੀ ਲੋੜ ਕਿਉਂ ਮਹਿਸੂਸ ਕਰਦੇ ਹੋ? ਅਗਲੀ ਪੰਕਤੀ ਵਿੱਚ ਭਗਤ ਰਵਿਦਾਸ ਜੀ ਇਸ ਭਾਵ ਦਾ ਖੁਲਾਸਾ ਕਰ ਰਹੇ ਹਨ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਸੱਚੇ ਪਾਤਸ਼ਾਹ ਜਿਸ ਹਿਰਦੇ ਵਿੱਚ ਤੂੰ ਬੈਠਾ ਨਾ, ਜਿਸ ਸ਼ੀਸ਼ੇ ਦੇ ਵਿੱਚੋਂ ਮੈਂ ਤੈਨੂੰ ਦੇਖਣਾ ਸੀ, ਉਹ ਮੇਰੀ ਮਤ ਦਾ ਸ਼ੀਸ਼ਾ ਮੈਲਾ ਹੋ ਗਿਆ। ਮਤ ਖਿੰਡੀ ਹੋਈ ਹੈ, ਮਤ ਮੈਲੀ ਹੈ, ਸੁਰਤ ਟਿਕਦੀ ਨਹੀਂ। ਬੇਸ਼ੱਕ ਅੰਦਰ ਬੈਠਾ ਹੈ, ਪਰ ਤੇਰੇ ਦੀਦ ਕਿਵੇਂ ਪਾਵਾਂ, ਤੈਨੂੰ ਕਿਵੇਂ ਦੇਖਾਂ, ਕਿਉਂਕਿ ਮਤ ਮੈਲੀ ਹੋ ਗਈ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਤੇਰੇ ਦੀਦਾਰ ਨਹੀਂ ਹੋ ਰਹੇ, ਤੇਰੇ ਚਰਨਾਂ ਦੀ ਨੇੜਤਾ ਨਹੀਂ ਬਣ ਰਹੀ। ਸੱਚੇ ਪਾਤਸ਼ਾਹ ਮਤ ਸ਼ੁੱਧ ਨਹੀਂ, ਮਤ ਸਾਫ਼ ਨਹੀਂ। ਦੇਖੋ ਨਾਲ ਨਾਲ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਤੇ ਭਗਤਾਂ ਦੀ ਬਾਣੀ ਨੂੰ ਲੈ ਕੇ ਤੁਰੀਏ। ਕਿੰਨੀ ਕੁ ਅੰਦਰ ਦੀ ਇੱਕ ਸੁਰਤਾ, ਨੇੜਤਾ ਦਿਖਾਈ ਦਿੰਦੀ ਹੈ। ਅੱਜ ਆਪਾਂ ਗੁਰਮਖੋ ਕਮਾਈ ਘਾਲਣਾ ਥੋੜੀ ਕਰਕੇ ਨਾ ਆਪਣੀ ਨਿਰਮਲਤਾ ਦਾ ਪ੍ਰਗਟਾਵਾ ਜ਼ਿਆਦਾ ਕਰਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਜਿਨ੍ਹਾਂ ਦਾ ਹਿਰਦਾ ਇੰਨਾ ਕੁ ਨਿਰਮਲ ਸੀ, ਜਿਹੜੇ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਸਨ ਤੇ ਦਰਸ਼ਨ ਕਰਨ ਵਾਲਿਆਂ ਨੂੰ ਨਿਰਮਲਤਾ ਦਿੰਦੇ ਸੀ। ਉਹ ਕੀ ਕਹਿ ਰਹੇ ਨੇ? ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ
ਰੱਖੋ ਸਰਮਾ। ਆਪਾਂ ਆਪਣੀ ਨਿਰਮਲਤਾ ਦਾ ਪ੍ਰਗਟਾਵਾ ਕਰਦੇ ਹਾਂ ਹਰ ਥਾਂ ਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਮਲਨ ਭਈ ਮਤ ਮਾਧਵਾ, ਤੇਰੀ ਗੱਤ ਲਖੀ ਨਾ ਜਾਏ। ਬੇਸ਼ੱਕ ਤੂੰ ਵਸਦਾ ਤੇ ਅੰਦਰ ਹੈ ਮੇਰੇ ਸਾਈਆਂ, ਪਰ ਤੈਨੂੰ ਦੇਖਣ ਵਾਲਾ ਜਿਹੜਾ ਸ਼ੀਸ਼ਾ ਸੀ ਨਾ, ਜਿਹੜਾ ਝਰੋਖਾ ਸੀ ਮੇਰੀ ਮੱਤ ਦਾ, ਉਹ ਮੈਲਾ ਹੋ ਗਿਆ, ਧੁੰਦਲਾ ਹੋ ਗਿਆ, ਤੇਰੇ ਦਰਸ਼ਨ ਨਹੀਂ ਹੋ ਰਹੇ। ਰਵਿਦਾਸ ਜੀ ਫਿਰ ਮਨ ਨੂੰ, ਆਪਣੀ ਮੱਤ ਨੂੰ, ਅੰਤਸ਼ਕਰਨ ਦੇ ਦਰਪਣ ਨੂੰ ਸਾਫ਼ ਕਰ ਲਵੋ। ਤੇ ਦੇਖੋ ਭਗਤ ਰਵਿਦਾਸ ਜੀ ਨੇ ਇਸੇ ਰਹਾਉ ਵਾਲੇ ਬੰਦ ਵਿੱਚ ਹੱਥ ਜੋੜ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਕਹਿ ਦਿੱਤਾ, ਮੇਰੇ ਸਾਹਿਬ ਜੀ, ਆਪਣੀਆਂ ਸਿਆਣਪਾਂ, ਆਪਣੀ ਕੋਸ਼ਿਸ਼ ਦੇ ਨਾਲ ਮਤ ਨਿਰਮਲ ਨਹੀਂ ਹੋਣੀ, ਕਰੋ ਕਿਰਪਾ, ਭ੍ਰਮ ਚੁੱਕਈ ਮੈਂ ਸਮਤ ਦੇਹੋ ਸਮਝਾਏ। ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਮੇਰੀ ਮਤ ਨੂੰ ਖਤਮ ਕਰਕੇ ਸਮਤ ਦਿਓ, ਗੁਰਮਤ ਦਿਓ, ਮੇਰੇ ਮਨ ਨੂੰ ਸਮਝਾ ਦਿਓ, ਆਪਣੇ ਚਰਨਾਂ ਦੀ ਸੂਝ ਬਖਸ਼ਿਸ਼ ਕਰ ਦਿਓ। ਰਹਾਉ ਵਾਲੇ ਬੰਦ ਵਿੱਚ ਭਗਤ ਰਵਿਦਾਸ ਜੀ ਨੇ ਇਸ ਭਾਵ ਦੇ ਵਿੱਚ ਆਪਣੇ ਪਿਆਰੇ ਦੇ ਚਰਨਾਂ ਨਾਲ ਗੱਲ ਕੀਤੀ ਤੇ ਆਰੰਭ ਦੀਆਂ ਪੰਕਤੀਆਂ ਵਿੱਚ ਕੀ ਆਖਿਆ, ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਦੇਖੋ ਮਨ ਦੀ ਅਵਸਥਾ, ਅਤ ਦੀ ਨਿਰਮਲਤਾ ਵਿੱਚ ਜੀਣ ਵਾਲੇ ਭਗਤ ਰਵਿਦਾਸ ਜੀ ਕਿਤਨੀ ਨਿਮਰਤਾ ਦੇ ਮਾਲਕ ਨੇ। ਕਹਿੰਦੇ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਖੂਹ ਦੇ ਵਿੱਚ ਡਿੱਗਿਆ ਹੋਇਆ ਡੱਡੂ, ਉਹਨੂੰ ਕੋਈ ਪੁੱਛ ਲਵੇ ਨਾ ਕਿ ਦੁਨੀਆ ਕਿੰਨੀ ਕੁ ਵੱਡੀ ਹੈ, ਉਹ ਛੋਟੀ ਜੀ ਛਾਲ ਮਾਰ ਕੇ ਕਹਿੰਦਾ ਇੰਨੀ ਵੱਡੀ ਹੈ। ਜੇ ਫੇਰ ਉਹਨੂੰ ਆਵਾਜ਼ ਦੇ ਕੇ ਪੁੱਛਿਆ ਜਾਏ ਕਿ ਦੁਨੀਆ ਕਿੰਨੀ ਕੁ ਵੱਡੀ ਹੈ, ਉਹ ਇੱਕ ਛੜੱਪਾ ਹੋਰ ਲਗਾਉਂਦਾ ਹੈ, ਖੂਹ ਖਤਮ ਹੋ ਜਾਂਦਾ, ਕਹਿੰਦਾ ਇਸ ਤੋਂ ਵੱਡੀ ਹੈ ਨਹੀਂ, ਇਤਨੀ ਕੋਈ ਦੁਨੀਆ ਨਹੀਂ। ਅੱਜ ਭਗਤ ਰਵਿਦਾਸ ਜੀ ਨੇ ਆਪਣੇ ਮਨ ਨੂੰ ਸਾਹਮਣੇ ਰੱਖ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ, ਸੱਚੇ ਪਾਤਸ਼ਾਹ, ਮੇਰਾ ਜੀਵਨ, ਮੇਰੀ ਜ਼ਿੰਦਗੀ ਦਾ ਤਲ, ਮੇਰੀ ਸੁਰਤ ਦਾ ਖੜਾਵ ਸਿਰਫ ਇੰਨੇ ਕੁ ਦਾਇਰੇ ਵਿੱਚ ਮੇਰਾ ਜੀਵਨ ਸੀਮਤ ਹੋ ਗਿਆ। ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ ਵਿਦੇਸ ਨਾ ਬੂਝ। ਮੋਹ ਦੇ ਖੂਹ ਵਿੱਚ, ਮੋਹ ਦੇ ਚਿੱਕੜ ਵਿੱਚ, ਮੋਹ ਦੇ ਦਾਇਰੇ ਵਿੱਚ ਕੇਵਲ ਆਪਣਾ ਤੇ ਆਪਣੇ ਪਰਿਵਾਰ ਦਾ ਦਾਇਰਾ ਬਣਾ ਕੇ ਮੈਂ ਜੀ ਰਿਹਾ। ਇਸ ਤੋਂ ਅੱਗੇ ਮੈਂ ਕੁਝ ਸੋਚਦਾ ਨਹੀਂ। ਇਹ ਹੈ ਖੂਹ ਦੇ ਵਿੱਚ ਜੀਣਾ, ਆਪਣੇ ਬਾਰੇ ਸੋਚਣਾ ਤੇ ਕੇਵਲ ਆਪਣੇ ਪਰਿਵਾਰ ਬਾਰੇ ਸੋਚਣਾ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਕੇ ਸਮੁੰਦਰ ਨਾਲ ਜੋੜਿਆ। ਕਿੱਡਾ ਵੱਡਾ ਜੀਵਨ ਦਿੱਤਾ ਸਿੱਖਾ, ਤੇਰਾ ਜੀਵਨ ਬ੍ਰਹਮੰਡੀ ਜੀਵਨ ਬਣ ਜਾਏ। ਇੰਨਾ ਉੱਚਾ ਤੇ ਇੰਨਾ ਵਿਸ਼ਾਲ ਹਿਰਦਾ ਤੇਰਾ ਹੋਣਾ ਚਾਹੀਦਾ ਹੈ। ਤੂੰ ਅੱਠੇ ਪੈਰ, ਜਿੱਥੇ ਆਪਣਾ ਭਲਾ ਮੰਗੇ, ਤੇਰੀ ਜ਼ੁਬਾਨ ਦੇ ਵਿੱਚ ਬੋਲ ਹੋਣੇ ਚਾਹੀਦੇ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ ਵਿਦੇਸ ਨਾ ਬੂਝ। ਕੂਪ ਦੇ ਅਰਥ ਹੁੰਦੇ ਆ ਖੂਹ, ਤੇ ਗੁਰਮੁਖੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ ਬੇਅੰਤ ਥਾਵਾਂ ਤੇ ਆਇਆ। ਆਪਾਂ ਥੋੜਾ ਜਿਹਾ ਖੁਲਾਸਾ ਕਰ ਲਈਏ। ਬਹੁਤ ਸਾਰੀਆਂ ਸੰਗਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਬੜੇ ਪਿਆਰ ਨਾਲ ਕਰਦੀਆਂ, ਕਰਨਾ ਚਾਹੀਦਾ, ਪਰ ਕਦੇ ਆਪਾਂ ਗੁਰਮੁਖ ਪਿਆਰਿਓ ਸੁਰਤ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਮਹਾਨ ਬੋਲਾਂ ਦੀ ਵਿਚਾਰ ਕਰਕੇ ਦੇਖੀਏ, ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਆਪਣੇ ਮਨ ਨੂੰ ਸਾਹਮਣੇ ਰੱਖ ਕੇ ਕਹਿ ਰਹੇ ਨੇ ਕਿ ਮੈਂ ਖੂਹ ਦੇ ਵਿੱਚ ਰਹਿਣ ਵਾਲਾ ਜੀਵਨ ਜੀ ਰਿਹਾ, ਜੀਵਨ ਹੰਢਾ ਰਿਹਾ। ਉਹਨਾਂ ਨੇ ਬੜੇ ਪਿਆਰ ਦੇ ਨਾਲ ਉਹਦੀ ਵਿਆਖਿਆ ਕੀਤੀ ਹੈ।
ਜਿਹਦੀ ਸੁਰਤ, ਜਿਹਦਾ ਧਿਆਨ, ਜਿਹਦਾ ਮਨ ਮੋਹ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ, ਉਹਦਾ ਜੀਵਨ ਕੀ ਹੈ? ਸਾਹਿਬ ਜੀ ਨੇ ਬਚਨ ਕੀਤੇ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਹੁਣ ਵਿਚਾਰ ਕਰ ਲਿਓ, ਆਪਣੇ ਜੀਵਨ ਨੂੰ ਪਰਖ ਲਿਓ ਗੁਰਮਖੋ। ਇਹ ਗੁਰਦੁਆਰਾ ਸਾਹਿਬ ਜਿਹੜਾ ਨਾ, ਕੇਵਲ ਮੱਥਾ ਟੇਕਣ ਵਾਸਤੇ ਨਹੀਂ ਆਪਾਂ ਬਣਾਉਂਦੇ। ਇੱਥੇ ਗੁਰੂ ਸ਼ਬਦ ਦੇ ਸ਼ੀਸ਼ੇ ਵਿੱਚ ਆਪਣੇ ਜੀਵਨ ਨੂੰ ਦੇਖਣਾ ਕਿ ਅਸੀਂ ਖਲੋਤੇ ਕਿੱਥੇ ਹਾਂ। ਆਪਨ ਡੈ ਗਰੀਵਾਨ ਮੈਂ ਸਿਰ ਨੀਵਾ ਕਰ ਵੇਖ। ਖੂਹ ਦੇ ਵਿੱਚ ਰਹਿਣ ਵਾਲੇ ਦਾ ਜੀਵਨ ਕੀ ਹੈ? ਸਾਹਿਬ ਜੀ ਕਹਿੰਦੇ, ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਪ੍ਰਮਾਤਮਾ ਦਾ ਨਾਮ ਹੈ ਰਤਨ, ਉਹਦੀ ਕਦਰ ਨਹੀਂ। ਇਹ ਸਮਾਂ ਵੀ ਹੀਰਿਆਂ ਦੀ ਨਿਆਈ ਹੈ ਗੁਰਮੁਖੋ। ਇਹ ਮਨੁੱਖਾ ਜਨਮ ਵੀ ਇੱਕ ਰਤਨ ਦੀ ਨਿਆਈ ਹੈ। ਇਹਨਾਂ ਹੀਰਿਆਂ ਦਾ ਵਣਜ ਛੱਡ ਕੇ ਕੌਡੀਆਂ ਦੇ ਵਣਜ ਦੇ ਵਿੱਚ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਸੱਚ ਦਾ ਪੱਲਾ ਛੱਡ ਦਿੱਤਾ ਤੇ ਝੂਠ ਦੇ ਸੰਗ ਇੰਨਾ ਕੁ ਜ਼ਿਆਦਾ ਮੋਹਿਆ ਗਿਆ, ਜੁੜ ਗਿਆ, ਅਟੈਚ ਹੋ ਗਿਆ ਕਿ ਕੇਵਲ ਝੂਠ ਕਰਦਾ, ਝੂਠ ਨੂੰ ਦੇਖਦਾ, ਝੂਠ ਸੁਣਦਾ, ਝੂਠ ਦਾ ਰੂਪ ਹੀ ਬਣ ਗਿਆ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮੰਨੈ। ਜੋ ਕੁਝ ਛੱਡ ਕੇ ਤੁਰ ਜਾਣਾ ਉਹਨੂੰ ਤੇ ਸੱਚੀ ਮੰਨੀ ਬੈਠਾ ਹੈ। ਜੋ ਹੋਵਨ ਸੋ ਦੂਰ ਪਰਾਨੈ। ਜਿਹੜੀ ਗੱਲ ਨੇ ਹੋ ਕੇ ਹੀ ਰਹਿਣਾ ਹੈ ਉਹਨੂੰ ਭੁੱਲਿਆ ਹੋਇਆ। ਹੋਣਾ ਕੀ ਹੈ? ਹੋਣਾ ਕੀ ਹੈ ਗੁਰਮੁਖੋ? ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓਏ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣਿਓ। ਇਹ ਕੁਝ ਹੋਣਾ ਹੈ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ। ਜੋ ਹੋਵਨ ਸੋ ਦੂਰ ਪਰਾਨੈ।